ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ ਤਨ ਨਾ ਬੁਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ ਰਵਦਾਸ ਟੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ ਇਹ ਬਿਦ ਸੁਣ ਕੈ ਜਾਟਰੋ ਉਠ ਭਗਤੀ ਲਾਗਾ ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਬਾਰ ਵਿੱਚ ਚੱਲ ਰਹੇ ਸਵੇਰ ਦੇ ਦੀਵਾਨਾਂ ਦੇ ਦੌਰਾਨ ਆਸਾ ਦੀ ਵਾਰ ਜੀ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਇਸ ਤੋਂ ਉਪਰੰਤ ਰੋਜ਼ਾਨਾ ਦੇ ਨੇਮ ਅਨੁਸਾਰ ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਵਿੱਚੋਂ ਕੁਝ ਸਲੋਕ ਵਿਚਾਰ ਕੇ ਗੁਰੂ ਸਿੱਖਿਆ ਨੂੰ ਸਮਝਣ ਦਾ ਉਪਰਾਲਾ ਕਰਾਂਗੇ। ਗੁਰੂ ਜੀ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ। ਕਬੀਰ ਸਾਹਿਬ ਜੀ ਸੰਸਾਰ ਦੇ ਜੀਵਾਂ ਨੂੰ ਹੰਕਾਰ ਤੋਂ ਬਚਣ ਵਾਸਤੇ ਹੰਕਾਰ ਤੋਂ ਮੁਕਤ ਹੋਣ ਵਾਸਤੇ ਸਿੱਖਿਆ ਦਿੰਦੇ ਨੇ। ਕਬੀਰ ਸਾਹਿਬ ਫਰਮਾਉਂਦੇ ਹੈ ਹੰਕਾਰ ਤਾਂ ਇਨਸਾਨ ਕਈ ਤਰ੍ਹਾਂ ਦਾ ਕਰਦਾ ਹੈ। ਪਹਿਲੇ ਇਸ ਸਲੋਕ ਵਿੱਚ ਸਰੀਰ ਦੇ ਹੰਕਾਰ ਬਾਰੇ ਗੱਲ ਕਰ ਰਹੇ ਨੇ। 4 ਸਲੋਕ ਕਬੀਰ ਜੀ ਦੇ ਇਸੇ ਹੀ ਪ੍ਰਕਰਨ ਸਹਿਤ ਇਕੱਠੇ ਹੀ ਲਿਖੇ ਹੋਏ ਨੇ, ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਹੰਕਾਰ ਜੋ ਇਨਸਾਨ ਕਰਦਾ ਹੈ ਕੁਛ ਕੁ ਗਿਣਤੀ ਕੀਤੀ ਹੋਈ ਹੈ। ਸਰੀਰ ਦਾ ਹੰਕਾਰ ਜਦ ਇਨਸਾਨ ਕਰਦਾ ਹੈ ਤਾਂ ਕਬੀਰ ਸਾਹਿਬ ਇਸ ਪਾਸਿਓਂ ਸਾਵਧਾਨ ਕਰਦੇ ਹੋਏ ਕਹਿੰਦੇ ਨੇ ਕਿਸ ਸਰੀਰ ਦਾ ਐਵੇਂ ਅਭਿਮਾਨ ਕਰੀ ਜਾਂਦਾ ਹੈ। ਚਾਮ ਲਪੇਟੇ ਹਾੜ, ਚੰਮ ਦੇ ਵਿੱਚ ਲਪੇਟੇ ਹੋਏ ਹੱਡ ਹੀ ਹਨ, ਤੂੰ ਕਾਹਦੇ ਵਾਸਤੇ ਇਸ ਸਰੀਰ ਦਾ ਹੰਕਾਰ ਕਰਦਾ ਹੈ। ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ
ਹੈਵਰ ਉੱਪਰ, ਹੈਵਰ ਘੋੜਿਆਂ ਦਾ ਨਾਮ ਹੈ। ਛਤਰ ਤਰ, ਛਤਰ ਰਾਜਿਆਂ ਮਹਾਰਾਜਿਆਂ ਦੇ ਸਿਰ 'ਤੇ ਨਾਲ ਨਾਲ ਲੈ ਕੇ ਉਹਨਾਂ ਦੇ ਵਜ਼ੀਰ, ਉਹਨਾਂ ਦੇ ਸਿਪਾਹੀ ਚੱਲਿਆ ਕਰਦੇ ਸੀ। ਤੇ ਫੁਨ ਧਰਨੀ ਗਾਡ, ਉਹ ਰਾਜੇ ਮਹਾਰਾਜੇ ਚੱਕਰਵਰਤੀ ਉਹ ਧਰਤੀ ਦੇ ਵਿੱਚ ਦੱਬੇ ਗਏ, ਉਹ ਵੀ ਇੱਕ ਦਿਨ ਨੂੰ ਖਤਮ ਹੋ ਗਏ। ਕਬੀਰ ਸਾਹਿਬ ਫਰਮਾਉਂਦੇ ਇਸ ਵਾਸਤੇ ਕਾਹਦਾ ਇਸ ਸਰੀਰ ਦਾ ਅਭਿਮਾਨ ਕਰਨਾ ਹੈ, ਕਾਹਦਾ ਹੰਕਾਰ ਕਰਨਾ ਹੈ। ਜਗਤ ਦੇ ਉੱਪਰ ਇਨਸਾਨ ਬਹੁਤ ਕੁਛ ਦਾ ਹੰਕਾਰ ਕਰਦਾ ਹੈ, ਪਰ ਸਰੀਰ ਦਾ ਹੰਕਾਰ ਅਸਲ ਵਿੱਚ ਬਹੁਤ ਸੂਖਮ ਤੇ ਬਹੁਤ ਜ਼ਿਆਦਾ ਹੋਇਆ ਕਰਦਾ ਹੈ। ਕਹਿੰਦੇ ਨੇ ਜਦੋਂ ਬ੍ਰਹਮ ਗਿਆਨ ਹੁੰਦਾ ਹੈ ਉਹ ਤਾਂ ਹੀ ਹੁੰਦਾ ਹੈ ਜੇ ਇਸ ਸਰੀਰ ਦਾ ਅਭਿਮਾਨ ਬਿਲਕੁਲ ਛੱਡ ਦਿੱਤਾ ਜਾਏ। ਇੱਕ ਪ੍ਰਤੱਖ ਰੂਪ ਵਿੱਚ ਇਨਸਾਨ ਬੋਲ ਕਬੋਲ ਕਰਕੇ ਸਰੀਰ ਦਾ ਹੰਕਾਰ ਕਰਦਾ ਹੈ, ਇੱਕ ਨਹੀਂ ਵੀ ਬੋਲ ਕਬੋਲ ਕਰਦਾ, ਉਸ ਦੇ ਪਿੱਛੇ ਸੂਖਮ ਅਹੰਕਾਰ ਹੁੰਦਾ। ਜਦ ਉਹ ਸੂਖਮ ਅਹੰਕਾਰ ਵੀ ਸਰੀਰ ਦਾ ਇਨਸਾਨ ਛੱਡਦਾ ਹੈ ਫਿਰ ਹੀ ਕਿਸੇ ਮੰਜ਼ਿਲ 'ਤੇ ਪਹੁੰਚਦਾ ਹੈ। ਗੁਰੂ ਪਾਤਸ਼ਾਹ ਬਾਣੀ ਵਿੱਚ ਫਰਮਾ ਰਹੇ ਨੇ, ਜੋ ਜਾਣੈ ਮੈਂ ਜੋਬਨਵੰਤ, ਬੜਾ ਵੱਡਾ ਸੰਵਿਧਾਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੇ ਬਖਸ਼ਿਸ਼ਾਂ ਕਰਦੇ ਨੇ ਤਾਂ ਵੀ ਬੜੀਆਂ ਵੱਡੀਆਂ ਕਰਦੇ ਨੇ, ਤੇ ਜੇ ਤਾੜਨਾ ਕਰਦੇ ਨੇ ਫਿਰ ਵੀ ਮਹਾਰਾਜ ਕੋਈ ਲਿਹਾਜ਼ ਨਹੀਂ ਕਰਦੇ। ਪਾਤਸ਼ਾਹ ਕਹਿੰਦੇ ਜਿਹੜਾ ਇਨਸਾਨ ਆਪਣੇ ਆਪ ਨੂੰ ਬੜਾ ਭਰਵੇਂ ਜੋਬਨ ਵਾਲਾ ਸਮਝਦਾ ਹੋਵੇਗਾ, ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸਟਾ ਕਾ ਜੰਤ, ਉਹ ਗੰਦਗੀ ਦਾ ਕੀੜਾ ਬਣੇਗਾ। ਆਪਸ ਕਉ ਕਰਮਵੰਤ ਕਹਾਵੈ, ਜਿਹੜਾ ਆਪਣੇ ਆਪ ਨੂੰ ਦੂਜਿਆਂ ਤੋਂ ਬਹੁਤਾ ਕਰਮਾਂ ਵਾਲਾ ਤੇ ਬਹੁਤੀ ਕਿਸਮਤ ਚੰਗੀ ਵਾਲਾ ਕਹਾਉਂਦਾ ਅਖਵਾਉਂਦਾ ਹੈ, ਜਨਮ ਮਰੈ ਬਹੁ ਜੋਨ ਭਰਮਾਵੈ, ਬਹੁਤ ਜੂਨਾਂ ਵਿੱਚ ਭਰਮੇਗਾ, ਜਨਮਦਾ ਤੇ ਮਰਦਾ ਰਹੇਗਾ। ਧਨ ਭੂਮਿਕਾ ਜੋ ਕਰੈ ਗੁਮਾਨ, ਜੋ ਇਨਸਾਨ ਆਪਣੇ ਧਨ ਦਾ, ਆਪਣੀ ਭੂਮੀ ਦਾ, ਜ਼ਮੀਨ ਦਾ ਅਹੰਕਾਰ ਕਰਦਾ ਹੈ, ਪਾਤਸ਼ਾਹ ਜੀ ਕਹਿੰਦੇ ਸੋ ਮੂਰਖ ਅੰਧਾ ਅਗਿਆਨ, ਉਹ ਵੀ ਇਨਸਾਨ ਮੂਰਖ ਹੈ ਤੇ ਅੰਧਾ ਹੈ। ਪਾਤਸ਼ਾਹ ਕਹਿੰਦੇ ਜੋ ਧਨ ਦਾ ਤੇ ਭੂਮੀ ਦਾ ਅਭਿਮਾਨ ਕਰਦਾ। ਪਾਤਸ਼ਾਹ ਕਹਿੰਦੇ ਇੱਥੇ ਤਾਂ ਇਸ ਚੀਜ਼ ਦਾ ਮੁੱਲ ਪੈਂਦਾ ਹੈ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਜੇ ਪਰਮੇਸ਼ਰ ਜਿਸ ਤੇ ਦਇਆ ਕਰ ਦੇਵੇ, ਉਸ ਦੇ ਹਿਰਦੇ ਵਿੱਚ ਨਿਮਰਤਾ ਬਣਾ ਦੇਵੇ, ਨਿਮਰਤਾ ਵਸਾ ਦੇਵੇ, ਪਾਤਸ਼ਾਹ ਜੀ ਕਹਿੰਦੇ ਹੈ ਇਹਾਂ ਮੁਕਤ, ਉਹ ਇੱਥੇ ਹੀ ਮੁਕਤ ਹੋ ਜਾਂਦਾ ਇਨਸਾਨ। ਆਗੈ ਸੁਖ ਪਾਵੈ, ਅੱਗੇ ਜਾ ਕੇ ਪ੍ਰਲੋਕ ਵਿੱਚ ਸੁਖਾਂ ਵਿੱਚ ਬੈਠਦਾ ਹੈ। ਇੱਥੇ ਜਿਉਂਦਾ ਹੋਇਆ ਹੀ ਉਹ ਮੁਕਤ ਹੈ ਜਿਸ ਦੇ ਮਨ ਵਿੱਚ ਨਿਮਰਤਾ ਆ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਬੀਰ ਭਗਤ ਸਾਹਿਬਾਨ ਦੀ ਰਸਨਾ ਦੇ ਦੁਆਰਾ ਦੱਸ ਰਹੇ ਨੇ ਕਿ ਹੈਵਰ ਉੱਪਰ ਛਤਰ ਤਰ, ਘੋੜਿਆਂ 'ਤੇ ਬੈਠਿਆਂ ਦੇ ਨਾਲ ਨਾਲ ਜਿਨ੍ਹਾਂ ਦੇ ਸਿਰ 'ਤੇ ਛਤਰ ਝੁੱਲਦੇ ਸੀ, ਤੇ ਫੁਨ ਧਰਨੀ ਗਾਡ, ਧਰਤੀ ਵਿੱਚ ਦੱਬੇ ਗਏ, ਉਹ ਵੀ ਖਤਮ ਹੋ ਗਏ। ਨਾਮਦੇਵ ਸਾਹਿਬ ਜੀ ਨੇ ਇੱਕ ਬੜਾ ਸੋਹਣਾ ਸ਼ਬਦ ਉਚਾਰਿਆ ਹੋਇਆ, ਜਗਤ ਦੇ ਉੱਤੇ ਹੰਕਾਰੀ ਇਨਸਾਨ ਨੂੰ ਸਮਝਾਉਣ ਵਾਸਤੇ। ਉਹ ਕਹਿੰਦੇ ਨੇ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਡੂੰਘੀਆਂ ਨੀਹਾਂ ਪੁੱਟ ਕਰਕੇ ਉੱਤੇ ਤੂੰ ਮੰਡਪ ਮਾੜੀਆਂ ਬਣਾ ਲਈਆਂ। ਔਰ ਇਸ ਸ਼ਬਦ ਦੀ ਉਥਾਨਕਾ ਵੀ ਇਹੀ ਆਉਂਦੀ ਕਿ ਨਾਮਦੇਵ ਸਾਹਿਬ ਦੇ ਗਵਾਂਢ ਵਿੱਚ ਕੋਈ ਅਮੀਰ ਜ਼ਿਆਦਾ ਰਹਿੰਦਾ ਸੀ। ਨਾਮਦੇਵ ਸਾਹਿਬ ਸੋ ਬਹੁਤ ਲੰਬੇ ਸਮੇਂ ਵਾਸਤੇ ਆਪਣੇ ਘਰ ਵਿੱਚੋਂ ਗਏ ਰਹੇ। ਉਸ ਸਧਾਰਨ ਜਿਹੇ ਮਕਾਨ ਨੂੰ ਚੁੱਕ ਕੇ ਉਸ ਅਮੀਰ ਬੰਦੇ ਨੇ ਪਰੇ ਕਰ ਦਿੱਤਾ ਹੈ, ਅਤੇ ਨਾਮਦੇਵ ਸਾਹਿਬ ਦੇ ਵਿਹੜੇ ਦੇ ਵਿੱਚੋਂ ਦੀ ਵੀ ਕੰਧ ਜਿਹੜੀ ਹੈ ਉਹ ਆਪਣੀ ਹਵੇਲੀ ਦੀ ਕੱਢ ਲਈ, ਜਗ੍ਹਾ ਮੱਲ ਲਈ। ਜਦ ਨਾਮਦੇਵ ਸਾਹਿਬ ਆਏ ਉਦੋਂ ਤੱਕ ਮਕਾਨ ਬਣਿਆ ਹੋਇਆ ਸੀ ਉਸ ਹੰਕਾਰੀ ਇਨਸਾਨ ਦਾ। ਨਾਮਦੇਵ ਸਾਹਿਬ ਨੇ ਸ਼ਬਦ ਉਚਾਰਿਆ, ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ। ਮਾਰ ਕੰਡੇ ਰਿਖੀ ਤੋਂ ਕੌਣ ਲੰਬੀ ਉਮਰ ਵਾਲਾ ਹੋਇਆ ਹੈ? ਜਿਨ ਤ੍ਰਿਣ ਧਰ ਮੂੰਡ ਬੁਲਾਏ, ਜਿਸ ਨੇ ਛੱਪਰਾ ਬਣਾ ਕਰਕੇ ਸਮਾਂ ਕੱਟ ਲਿਆ। ਹਮਰੋ ਕਰਤਾ ਰਾਮ ਸਨੇਹੀ। ਨਾਮਦੇਵ ਸਾਹਿਬ ਨੇ ਉਸ ਹੰਕਾਰੀ ਗਵਾਂਢੀ ਆਦਮੀ ਨੂੰ ਦੱਸਿਆ ਹੈ ਕਿ ਮੇਰਾ ਵੀ ਕੋਈ ਮਦਦਗਾਰ ਹੈਗਾ,
ਪਰ ਮੇਰਾ ਮਦਦਗਾਰ ਉਹ ਪਰਮਾਤਮਾ ਹੈ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ। ਕਾਹਦੇ ਵਾਸਤੇ ਇਹ ਇਨਸਾਨ ਤੂੰ ਗਰਭ ਕਰਦਾ, ਹੰਕਾਰ ਕਰਦਾ ਹੈ। ਕਬੀਰ ਜੀ ਨੇ ਉਹੀ ਬਚਨ ਫਰਮਾਏ ਹੋਏ ਹੈ, ਕਬੀਰ ਗਰਭ ਨਾ ਕੀਜੀਏ। ਤੋ ਉਧਰ ਨਾਮਦੇਵ ਸਾਹਿਬ ਨੇ ਫਰਮਾਇਆ ਹੈ ਕਿ ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ। ਫਿਰ ਉਹਨਾਂ ਨੇ ਵੀ ਇਹੀ ਉਦਾਹਰਨਾਂ ਕੁਝ ਦਿੱਤੀਆਂ ਜੋ ਕਬੀਰ ਸਾਹਿਬ ਕਹਿ ਰਹੇ ਕਿ ਹੈਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾਡ। ਨਾਮਦੇਵ ਸਾਹਿਬ ਨੇ ਕੁਝ ਐਸੀਆਂ ਉਦਾਹਰਨਾਂ ਦਿੱਤੀਆਂ ਕਿ ਮੇਰੀ ਮੇਰੀ ਕੈਰੋਂ ਕਰਤੇ। ਕੌਰਵ ਤੇ ਪਾਂਡਵ ਉਹਨਾਂ ਦਾ ਹਵਾਲਾ ਦਿੱਤਾ। ਮੇਰੀ ਮੇਰੀ ਕੌਰਵ ਕਰਤੇ, ਕੈਰੋਂ ਕਰਤੇ ਦੁਰਯੋਧਨ ਸੇ ਭਾਈ। ਪਾਂਡਵਾਂ ਦੇ ਨਾਲੋਂ ਜਿਹੜੇ ਕੌਰਵ ਸਨ ਬਹੁਤ ਵੱਡੇ ਹੰਕਾਰੀ ਸਨ, ਇਸ ਕਰਕੇ ਉਹਨਾਂ ਦਾ ਜ਼ਿਕਰ ਕੀਤਾ ਹੈ। ਦੁਰਯੋਧਨ ਦੇ ਜੋ ਭਰਾ ਸਨ, 12 ਯੋਜਨ ਛਤਰ ਚੱਲੈ ਥਾ। 12 ਯੋਜਨਾ ਵਿੱਚ ਉਹਨਾਂ ਦੀ ਫੌਜ 4 ਮੀਲ ਦਾ ਇੱਕ ਯੋਜਨ ਮੰਨਿਆ ਹੋਇਆ, 4 ਮੀਲ ਦਾ ਇੱਕ ਯੋਜਨ ਤੇ 12 ਚੌਕ 48, ਤਕਰੀਬਨ 48-50 ਮੀਲ ਦੀ ਦੂਰੀ ਤੱਕ ਜਿਸ ਦੀਆਂ ਫੌਜਾਂ ਆਲੇ ਦੁਆਲੇ ਖਲੋ ਜਾਂਦੀਆਂ ਸੀ। ਉਹਨਾਂ ਦੇ ਸਿਰ ਦੇ ਉੱਤੇ ਛਤਰ ਚੱਲਦਾ ਚੱਲਦਾ ਨਾਲ ਨਾਲ ਜਾਂਦਾ ਸੀ ਇੰਨੇ ਏਰੀਏ ਦੇ ਵਿੱਚ। ਕਬੀਰ ਸਾਹਿਬ ਨੇ ਉਹੀ ਬਚਨ ਫਰਮਾਇਆ ਕਿ ਹੈਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾਡ। ਨਾਮਦੇਵ ਸਾਹਿਬ ਨੇ ਉੱਥੇ ਫਰਮਾਇਆ ਹੈ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 ਯੋਜਨ ਛਤਰ ਚੱਲੈ ਥਾ ਦੇਹੀ ਗਿਰਜਨ ਖਾਈ। ਉੱਥੇ 2 ਪਾਠ ਦੋਨੇ ਤਰ੍ਹਾਂ ਪੜ੍ਹਿਆ ਜਾਂਦਾ। ਗਿਰਜਨ ਜੇ ਨੰਨਾ ਨਾਲ ਲਗਾ ਕੇ ਪੜ੍ਹੀਏ ਫਿਰ ਵੀ ਅਰਥ ਬਣਦਾ ਹੈ ਭਈ ਸੰਸਕਾਰ ਨਹੀਂ ਕੀਤੇ ਗਏ ਸਾਰਿਆਂ ਦੇ ਜਦੋਂ ਉਹ ਮਰੇ ਇਕੱਠੇ, ਤੇ ਗਲਿੰਜਾਂ ਨੇ ਉਹਨਾਂ ਦੇ ਸਰੀਰ ਖਾਧੇ। ਜੇ ਨੰਨਾ ਅਲੱਗ ਪਦਛੇਦ ਕਰਕੇ ਪੜ੍ਹੀਏ ਦੇਹੀ ਗਿਰਜ ਨਾ ਖਾਈ, ਤੇ ਇਹਦਾ ਅਰਥ ਹੈ ਕਿ ਗਲਿੰਜਾਂ ਕੋਲੋਂ ਵੀ ਸਾਰੇ ਸਰੀਰ ਉਹਨਾਂ ਦੇ ਖਾਧੇ ਨਾ ਗਏ, ਇੰਨੇ ਰੁਲਦੇ ਰਹੇ। 12 ਯੋਜਨ ਛਤਰ ਚੱਲੈ ਥਾ ਦੇਹੀ ਗਿਰਜ ਨਾ ਖਾਈ। ਫਿਰ ਨਾਮਦੇਵ ਸਾਹਿਬ ਅਗਲੀ ਉਦਾਹਰਨ ਦਿੰਦੇ, ਕਹਿੰਦੇ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ। ਰਾਵਣ ਰਾਜੇ ਦਾ ਕਿਲਾ ਜੋ ਸੀ, ਕਹਿੰਦੇ ਉਹਨੇ ਕਿਲੇ ਦੇ ਦੁਆਲੇ ਦੁਆਲੇ ਸੋਨਾ ਲਵਾਇਆ ਹੋਇਆ ਸੀਗਾ। ਤੋ ਅਸਲ ਵਿੱਚ ਭਾਰਤ ਵਿੱਚ ਸੋਨਾ ਹੈ ਹੀ ਬੜਾ ਸੀਗਾ। ਹੁਣ ਤਾਂ ਇਸ ਗੱਲ 'ਤੇ ਵਿਸ਼ਵਾਸ ਕਰਨਾ ਹੀ ਔਖਾ ਕਿ ਵਾਕਈ ਉਹਦੇ ਕਿਲੇ ਨੂੰ ਸੋਨਾ ਲੱਗਿਆ ਹੋਏਗਾ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਬਾਣੀ ਦੇ ਵਿੱਚ ਬਚਨ ਆਉਂਦੇ ਇਸ ਵਾਸਤੇ, ਇਹਦੇ ਤੋਂ ਮੁੱਕਰਿਆ ਨਹੀਂ ਜਾ ਸਕਦਾ। ਉਹਦਾ ਸੋਨਾ, ਉਹਦਾ ਕਿਲਾ ਸੋਨੇ ਦਾ ਸੀ, ਉਹਦੀਆਂ ਕੰਧਾਂ ਦੇ ਉੱਤੇ ਸੋਨਾ ਲਵਾਇਆ ਸੀ ਉਹਨੇ। ਇਨਸਾਨ ਯਕੀਨ ਬੜਾ ਮੁਸ਼ਕਿਲ ਦੇ ਨਾਲ ਕਰਦਾ ਹੈ ਵੀ ਇੰਨਾ ਸੋਨਾ ਕਿਲੇ ਦੇ ਦੁਆਲੇ। ਅਸਲ ਵਿੱਚ ਪ੍ਰਾਚੀਨ ਇਤਿਹਾਸ ਪੜ੍ਹੀਏ ਭਾਰਤ ਦਾ, ਤੇ ਭਾਰਤ ਦੇ ਅੰਦਰ ਸੋਨਾ ਹੈ ਹੀ ਬਹੁਤ ਜ਼ਿਆਦਾ ਸੀ। ਤਵਾਰੀਖ ਗੁਰੂ ਖਾਲਸਾ ਗ੍ਰੰਥ ਦੀ ਭੂਮਿਕਾ ਦੇ ਵਿੱਚ ਲਿਖਿਆ ਹੋਇਆ ਹੈ, ਲਗਭਗ 600 ਤੋਂ 700 ਈਸਵੀ ਦੇ ਵਿਚਕਾਏ ਸਦੀ ਦੇ ਵਿੱਚ ਇੱਕ ਈਰਾਨ ਦੇ ਬਾਦਸ਼ਾਹ ਦੇ ਵਜ਼ੀਰ ਨੇ ਭਾਰਤ ਦਾ ਦੌਰਾ ਕੀਤਾ ਹੈ। ਔਰ ਉਹਨਾਂ ਦਿਨਾਂ ਵਿੱਚ ਉਹ ਲਿਖ ਕੇ ਗਿਆ, ਕਹਿੰਦਾ ਮੈਂ ਹੈਰਾਨ ਰਹਿ ਗਿਆ, ਇਹ ਜੋ ਆਰੀਅਨ ਲੋਕਾਂ ਦੀ ਵਲੈਤ ਹੈ, ਕਹਿੰਦਾ ਇਹਨਾਂ ਦੇ ਬਾਜ਼ਾਰਾਂ ਦੇ ਵਿੱਚ ਸੋਨਾ